ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ ਅਗਲੀ ਅਸ਼ਟਪਦੀ ਤੇ ਸ਼ਲੋਕ ਦੇ ਅਰਥ ਰੱਖਾਂਗਾ। ਪਹਿਲੇ ਸ਼ਲੋਕ, ਜੀ ਜੰਤ ਕੇ ਠਾਕੁਰਾ ਆਪੇ ਵਰਤਣਹਾਰ, ਨਾਨਕ ਏਕੋ ਪਸਰਿਆ ਦੂਜਾ ਕਹਾ ਦ੍ਰਿਸ਼ਟਾਰ। ਜੀ ਜੰਤ ਦੇ ਜਿਹੜੇ ਠਾਕਰ ਸਾਹਿਬ ਹੈਗੇ ਨੇ ਅਰਥਾਤ ਪਰਮਾਤਮਾ, ਉਹਨਾਂ ਦਾ ਵਰਤਾਰਾ ਉਹ ਹੀ ਵਰਤਾ ਰਹੇ ਨੇ। ਨਾਨਕ ਏਕੋ ਪਸਰਿਆ, ਨਾਨਕ ਕਹਿੰਦੇ ਨੇ ਕਿ ਇੱਕੋ ਦਾ ਪਸਾਰਾ ਪਸਰਿਆ ਹੋਇਆ, ਦੂਜਾ ਕਹਾ ਦ੍ਰਿਸ਼ਟਾਰ, ਹੋਰ ਕੋਈ ਦੂਜੇ ਦਾ ਪਸਾਰਾ ਨਹੀਂ ਹੈਗਾ। ਅਸ਼ਟਪਦੀ, ਆਪ ਕਥੇ ਆਪ ਸੁਨਨੇ ਹਾਰਾ। ਹੁਣ ਜਿਹੜੀ ਸੁਨ ਸਮਾਧੀ ਤੋਂ ਮਨੁੱਖ ਜਿਹੜਾ ਹੈ ਆ ਗਿਆ ਹੈ ਧਰਾਤਲ ਤੇ। ਹੁਣ ਮਹਾਰਾਜ ਦੱਸ ਰਹੇ ਨੇ ਪਸਾਰਾ ਉਸੇ ਦਾ ਪਸਰਿਆ ਹੋਇਆ। ਹੁਣ ਅਸ਼ਟਪਦੀ ਦੀ ਪਹਿਲੀ ਲਾਈਨ ਵਿੱਚ ਹੀ ਇਹਨਾਂ ਨੇ ਦੱਸ ਦਿੱਤਾ, ਆਪ ਕਥੇ, ਆਪ ਕਥਦਾ ਹੈ, ਆਪ ਸੁਣਨੇ ਹਾਰਾ, ਆਪ ਹੀ ਸੁਣਨਹਾਰ ਹੈਗਾ। ਆਪ ਏਕ, ਆਪ ਵਿਸਥਾਰ, ਉਹ ਆਪ ਹੀ ਇੱਕੋ ਹੈਗਾ, ਉਹਦਾ ਵਿਸਥਾਰ ਵੀ ਬਹੁਤ ਜ਼ਿਆਦਾ ਹੈ। ਜਾਂ ਤਿਸ ਭਾਵੇ ਤਾਂ ਦ੍ਰਿਸ਼ ਸ੍ਰਿਸ਼ਟ ਉਪਾ, ਉਸ ਨੂੰ ਜਿਸ ਤਰ੍ਹਾਂ ਦਾ ਭਾ ਗਿਆ ਉਸਨੇ ਪੂਰੀ ਸ੍ਰਿਸ਼ਟ ਉਪਾਏ ਬਣਾ ਦਿੱਤੀ ਹੈ, ਪੈਦਾ ਕਰ ਦਿੱਤੀ ਹੈ। ਆਪਣੇ ਪਾਣੇ ਲਏ ਸਮਾਏ, ਜਦ ਉਹਦਾ ਪਾਣਾ ਵਰਤਦਾ ਹੈ ਤਾਂ ਉਹ ਜਿਹੜਾ ਹੈ ਸਮਾ ਲੈਂਦਾ ਆਪਣੇ ਆਪ ਤੇ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਇਹ ਪਰਮਾਤਮਾ ਤੇਰੇ ਤੋਂ ਦੂਜਾ ਕੋਈ ਵੀ ਨਹੀਂ ਹੈ, ਕੁਛ ਭਿੰਨਤਾ ਹੈ ਹੀ ਨਹੀਂ, ਦੂਜਾ ਕੁਛ ਵੀ ਨਹੀਂ ਹੈਗਾ। ਆਪਨ ਸੂਤ ਸਭ ਜਗਤ ਪਰੋਏ, ਤੂੰ ਆਪ ਜਿਹੜਾ ਹੈ ਇੱਕ ਸੂਤਰ ਵਿੱਚ ਪੂਰੇ ਜਗਤ ਨੂੰ ਪਿਰੋਇਆ ਹੋਇਆ ਹੈ। ਜਾਕੋ ਪ੍ਰਭੂ ਜੀ ਆਪ ਬੁਝਾਏ, ਜਿਸ ਨੂੰ ਪ੍ਰਭੂ ਆਪ ਸਮਝਾਉਂਦਾ ਹੈ, ਸੱਚ ਨਾਮ ਸੋਈ ਜਨ ਪਾਏ, ਉਹ ਵਿਅਕਤੀ ਸੱਚੇ ਨਾਮ ਨੂੰ ਪ੍ਰਾਪਤ ਕਰ ਲੈਂਦਾ ਹੈ। ਸੋ ਸਮਦਰਸੀ ਤਤ ਕਾ ਬੇਤਾ, ਫਿਰ ਉਹ ਕੀ ਇਹ ਸਮਦਰਸੀ ਹੋ ਜਾਂਦਾ ਹੈ, ਉਸ ਨੂੰ ਮਾਇਆ ਔਰ ਨਾਮ ਸਮਦਰਸੀ, ਦੁੱਖ ਔਰ ਸੁੱਖ, ਮਾਨ ਅਪਮਾਨ ਇੱਕੋ ਜਿਹੇ ਦਿਖਦੇ ਨੇ। ਸਮਦਰਸੀ, ਜਿਤਨੇ ਵੀ ਮਨੁੱਖ ਹੈਗੇ ਨੇ ਇੱਕੋ ਜਿਹੇ ਦਿਖਦੇ ਨੇ। ਸਮਦਰਸੀ, ਭੇਦਭਾਵ ਵਾਲੀ ਦ੍ਰਿਸ਼ਟੀ ਖਤਮ ਹੋ ਜਾਂਦੀ, ਸਾਰੀ ਜਗ੍ਹਾ ਉਸ ਨੂੰ ਪਰਮਾਤਮਾ ਔਰ ਪਰਮਾਤਮਾ ਦੇ ਹੀ ਦਰਸ਼ਨ ਹੁੰਦੇ ਨੇ। ਇਸ ਪ੍ਰਕਾਰ ਦਾ ਦ੍ਰਿਸ਼ਟੀਕੋਣ ਹੋ ਜਾਂਦਾ ਹੈ। ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਉਹ ਸਾਰੀ ਸ੍ਰਿਸ਼ਟੀ ਨੂੰ ਜਿੱਤ ਲੈਂਦਾ ਹੈ, ਜੇਤਾ ਬਣ ਜਾਂਦਾ ਹੈ, ਵਿਜਈ ਬਣ ਜਾਂਦਾ ਹੈ। ਜੀ ਜੰਤ ਸਭ ਤਾਕੇ ਹਾਥ, ਜਿਤਨੇ ਵੀ ਜੀ ਜੰਤ ਹੈਗੇ ਨੇ ਉਹ ਉਹਦੇ ਹੱਥ ਵਿੱਚ ਹੈਗੇ ਨੇ। ਦੀਨ ਦਿਆਲ ਅਨਾਥ ਕੋ ਨਾਥ, ਉਹ ਜਿਹੜਾ ਦੀਨ ਦਿਆਲ ਹੈਗਾ ਉਹ ਅਨਾਥਾਂ ਦਾ ਨਾਥ ਹੈਗਾ। ਅਨਾਥ ਮਤਲਬ ਬਈ ਜਿਸ ਤਰ੍ਹਾਂ ਡਿਸੇਬਲ ਲੈਂਦੇ ਨੇ ਉਸ ਕਿਸਮ ਦੇ ਬੰਦਿਆਂ ਨੂੰ ਇੱਥੇ ਅਨਾਥ ਹੈਗੇ ਆਖਦੇ ਨੇ, ਉਹਨਾਂ ਦਾ ਨਾਥ ਹੈਗਾ। ਲੇਕਿਨ ਸਪਿਰਿਚੁਅਲ ਲੈਂਗੁਏਜ ਵਿੱਚ ਜਿਸ ਦਾ ਕੋਈ ਵੀ ਅੱਗੇ ਵਧਾਉਣ ਵਾਲਾ ਨਹੀਂ ਹੈ ਉਹ ਅਨਾਥ ਹੈ। ਲੇਕਿਨ ਫਿਰ ਵੀ ਅੰਦਰੋਂ ਆਪਾਂ ਦ੍ਰਿੜ ਕਰ ਮੰਨਣਾ ਕਿ ਮੇਰਾ ਵੀ ਕੋਈ ਨਾਥ ਹੈਗਾ, ਮੈਂ ਉਹਦੇ ਨਾਲ ਨੱਥਿਆ ਹੋਇਆ ਹਾਂ, ਉਸਨੇ ਮੇਰੀ ਨੱਥੀ ਜਿਹੜੀ ਡੋਰ ਜਿਹੜੀ ਹੈ ਉਹ ਫੜੀ ਹੋਈ ਹੈ। ਇਸ ਪ੍ਰਕਾਰ ਜਿਹੜਾ ਆਪਾਂ ਨੂੰ ਸਮਝਣਾ ਚਾਹੀਦਾ ਕਿ ਮੇਰਾ ਨਾਥ ਹੈਗਾ, ਮੈਨੂੰ ਸਾਂਭਣ ਵਾਲਾ ਹੈਗਾ ਔਰ ਉਸਨੇ ਸਾਂਭ ਕੇ ਰੱਖਿਆ ਹੈ। ਜਿਸ ਰਾਖੇ ਤਿਸ ਕੋਈ ਨਾ ਮਾਰੇ, ਜਿਸ ਨੂੰ ਪਰਮਾਤਮਾ ਰੱਖਦਾ ਉਸ ਨੂੰ ਕੋਈ ਨਹੀਂ ਮਾਰ ਸਕਦਾ। ਸੋ ਮੂੰਹ ਜਿਸ ਮਨੂ ਵਿਸਾਰੇ, ਉਹ ਵਿਅਕਤੀ ਜਿਹੜਾ ਜਿਸ ਨੂੰ ਵਿਸਰ ਜਾਂਦਾ ਪਰਮਾਤਮਾ, ਫਿਰ ਉਸ ਨੂੰ ਜਿਹੜਾ ਹੈ ਪਰਮਾਤਮਾ ਖਤਮ ਕਰ ਦਿੰਦਾ ਹੈ। ਤਿਸ ਤਜ ਅਵਰ ਕਹਾ ਕੋ ਜਾਏ, ਉਸ ਨੂੰ ਤਜ ਕੇ ਆਪਾਂ ਕਿੱਥੇ ਜਾ ਸਕਦੇ ਹਾਂ, ਆਪਾਂ ਕਿਧਰੇ ਵੀ ਨਹੀਂ ਜਾ ਸਕਦੇ। ਸਭ ਸਿਰ ਏਕ ਨਿਰੰਜਨ ਰਾਏ, ਸਾਰਿਆਂ ਦੇ ਸਿਰ ਦੇ ਉੱਤੇ ਨਾ ਦਿਖਣ ਵਾਲਾ ਨਿਰੰਜਨ, ਅੰਜਨ ਮਤਲਬ ਅੱਖਾਂ, ਨਿਰੰਜਨ ਮਤਲਬ ਨਾ ਦਿਖਣ ਵਾਲਾ, ਅੱਖਾਂ ਤੋਂ ਸਾਹਿਬ ਜਿਹੜਾ ਹੈ
ਉਹ ਨਿਰੰਜਨ ਕਹਿਲਾਂਦਾ ਹੈ। ਅਰਥਾਤ ਪ੍ਰਭੂ ਪਰਮਾਤਮਾ ਜੀ ਕੀ ਜੁਗਤ ਜਾ ਕੇ ਸਭ ਹਾਥ। ਆਪਣਾ ਜਿਹੜਾ ਜੀ ਹੈ ਅੰਦਰ, ਉਸ ਦੀ ਜੋ ਵੀ ਜੁਗਤ ਹੈ ਉਹ ਸਾਰੀ ਜੁਗਤ ਜਿਹੜੀ ਉਸ ਦੇ ਹੱਥ ਵਿੱਚ ਹੈਗੀ, ਸਾਰੀ ਟੈਕਨੋਲੋਜੀ ਜਿਹੜੀ ਹੈ ਉਸ ਪਰਮਾਤਮਾ ਦੇ ਹੱਥ ਵਿੱਚ ਹੈਗੀ। ਅੰਤਰ ਬਾਹਰ ਜਾਣੋ ਸਾਥ। ਸਾਡੇ ਅੰਦਰ ਵਿੱਚ ਵੀ ਉਹੀ ਜੁਗਤ ਵਰਤਦੀ ਹੈ, ਬਾਹਰਲੇ ਪਾਸੇ ਵੀ ਉਸ ਨਾਥ ਦੀ ਜੁਗਤ ਵਰਸ ਰਹੀ ਹੈ, ਲੇਕਿਨ ਉਹ ਨਾ ਦੇਖਣ ਵਾਲਾ ਹੈਗਾ, ਉਹ ਦਿਸਦਾ ਨਹੀਂ ਹੈ। ਗੁਣ ਨਿਧਾਨ ਬੇਅੰਤ ਅਪਾਰ। ਉਹਦੇ ਗੁਣ ਦਾ ਖਜ਼ਾਨਾ ਜਿਹੜਾ ਹੈ ਉਹ ਬੇਅੰਤ ਹੈ, ਅਪਾਰ ਹੈਗਾ, ਬਹੁਤ ਗੁਣੀ ਹੈਗਾ। ਨਾਨਕ ਦਾਸ ਸਦਾ ਬਲਿਹਾਰ। ਉਹ ਮਹਾਰਾਜ ਲਿਖਦੇ ਨੇ, ਜਿਹੜੇ ਨਾਨਕ ਦਾਸ ਜੀ ਜਿਹੜੇ ਹੈਗੇ ਨੇ ਉਹ ਬਲਿਹਾਰਨੇ ਜਾਣਦੇ ਨੇ। ਪੰਚਮ ਪਾਤਸ਼ਾਹ ਜਿਹੜੇ ਨੇ ਆਪਣੇ ਆਪ ਨੂੰ ਦਾਸ ਦੱਸ ਰਹੇ ਨੇ, ਉਹ ਬਲਿਹਾਰਨੇ ਜਾਂਦੇ। ਪੂਰਨ ਪੂਰ ਰਹਿਓ ਦਿਆਲ। ਪੂਰਨ ਜਿਹੜਾ ਹੈਗਾ ਉਹ ਪੂਰਿਆਂ ਦੇ ਉੱਤੇ ਦਿਆਲ ਰਹਿੰਦਾ ਹੈਗਾ। ਸਭ ਉੱਪਰ ਹੋਵਤ ਕਿਰਪਾਲ। ਸਾਰਿਆਂ ਦੇ ਉੱਤੇ ਉਹਦੀ ਕਿਰਪਾ ਵਰਸ ਰਹੀ ਹੈ। ਆਪਣੇ ਕਰਤੱਵ ਜਾਣੇ ਆਪੇ। ਉਹਦੇ ਜਿਹੜੇ ਕਰਤੱਵ ਹੈਗੇ ਨੇ ਉਹ ਆਪ ਹੀ ਜਾਣਦਾ ਹੈ। ਹੁਣ ਕਿਸ ਪ੍ਰਕਾਰ ਆਪ ਜਾਣਦਾ ਹੈ ਉਹਦੇ ਕਰਤੱਵ? ਆਪਣੇ ਚਾਰੋਂ ਪਾਸੇ ਕਈ ਘਟਨਾਵਾਂ ਘਟ ਰਹੀਆਂ ਨੇ। ਕਿੱਥੇ ਕਿੰਨਾ ਘਾਹ ਵੱਧ ਗਿਆ ਹੈ ਆਪਾਂ ਰੋਜ਼ ਚੈੱਕ ਨਹੀਂ ਕਰਦੇ। ਕਿਲੋਮੀਟਰ ਦੂਰ ਆਪਣੇ ਘਰ ਦੇ ਨੇੜੇ ਤੇੜੇ ਚੈੱਕ ਕਰ ਲੈਂਦੇ ਨੇ, ਲੇਕਿਨ ਕਿੱਥੇ ਕਿੰਨਾ ਵੱਧ ਗਿਆ ਉਹ ਆਪ ਹੀ ਜਾਣਦਾ, ਅਸੀਂ ਨਹੀਂ ਜਾਣਦੇ। ਇਸ ਤਰ੍ਹਾਂ ਦੀ ਕਈ ਘਟਨਾਵਾਂ ਜਿਹੜੀਆਂ ਨੇ ਚਾਰੋਂ ਪਾਸੇ ਹੁੰਦੀ ਰਹਿੰਦੀ ਹੈ। ਅੰਤਰਜਾਮੀ ਰਿਹੋਬਿਆ। ਉਹ ਅੰਤਰਯਾਮੀ ਹੈ, ਉਹ ਹਰ ਜਗ੍ਹਾ ਵਿਆਪਤ ਹੈ। ਉਹਦੀ ਜਿਹੜੀ ਹੈ ਵਿਆਪਕਤਾ ਬਹੁਤ ਜ਼ਿਆਦਾ ਹੈ। ਪ੍ਰਤਪਾਲੇ ਜੀਵਨ ਬਹੁ ਭਾਂਤ। ਉਹ ਪ੍ਰਤਿਪਾਲਨਾ ਕਰਦਾ ਹੈ ਬਹੁਤ ਤਰੀਕਿਆਂ ਨਾਲ, ਬਹੁ ਭਾਂਤ, ਅਨੇਕ ਤਰੀਕਿਆਂ ਨਾਲ ਉਹ ਪ੍ਰਤਿਪਾਲਨਾ ਕਰਦਾ ਰਹਿੰਦਾ ਹੈ ਮਨੁੱਖਾਂ ਦੀ ਔਰ ਹੋਰ ਵੀ ਜਿਤਨੇ ਪ੍ਰਾਣੀ ਹੈ। ਜੋ ਰਚਿਓ ਸੋ ਤਿਸੈ ਧਿਆਤ। ਜੋ ਵੀ ਇਸ ਪਰਮਾਤਮਾ ਨੇ ਰਚਿਆ ਹੋਇਆ ਹੈ ਉਹ ਜਿਹੜਾ ਹੈ ਉਸ ਨੂੰ ਧਿਆਉਂਦਾ ਵੀ ਹੈ। ਜਿਸ ਭਾਵੇ ਤਿਸ ਲਏ ਮਿਲਾਏ। ਜਿਸ ਨੂੰ ਭਾਉਂਦਾ ਹੈ ਉਸ ਨੂੰ ਮਿਲਾ ਲੈਂਦਾ ਹੈ। ਭਗਤ ਕਰੇ ਹਰ ਕੇ ਗੁਣ ਗਾਏ। ਭਗਤ ਭਲੇ ਪਾਸੇ ਗਤੀ ਕਰ ਲਓ ਔਰ ਹਰੀ ਦੇ ਗੁਣਾਂ ਦਾ ਗਾਇਨ ਕਰੋ। ਮਨ ਅੰਤਰ ਵਿਸ਼ਵਾਸ ਕਰ ਮਾਨਿਆ। ਜਿਸਨੇ ਮਨ ਦੇ ਅੰਦਰ ਵਿਸ਼ਵਾਸ ਕਰਕੇ ਮੰਨ ਲਿਆ, ਕਰਨਹਾਰ ਨਾਨਕ ਇੱਕ ਜਾਣਿਆ। ਕਰਨਹਾਰ ਜਿਹੜਾ ਹੈ ਇੱਕ ਨੂੰ ਜਾਣ ਲਿਆ ਹੈ ਕਿ ਵੀ ਇੱਕ ਹੀ ਕਰਨਹਾਰਾ ਹੈ, ਤੇ ਉਸ ਨੂੰ ਜੋ ਜਾਣ ਲੈਂਦਾ ਹੈ ਸੋ ਜਾਣ ਲੈਂਦਾ ਹੈ। ਜਨ ਲਾਗਾ ਹਰ ਏਕੈ ਨਾਏ। ਜਿਹੜਾ ਜਨ ਇੱਕ ਨਾਮ ਨੂੰ ਲੱਗ ਗਿਆ, ਜਿਸ ਕੀ ਆਸ ਨਾ ਬਿਰਥੀ ਜਾਏ। ਫਿਰ ਉਹਦੀ ਆਸ ਜਿਹੜੀ ਹੈ ਬੇਕਾਰ ਔਰ ਬਿਰਥੀ ਨਹੀਂ ਜਾਂਦੀ। ਸੇਵਕ ਕੋ ਸੇਵਾ ਬਨ ਆਈ। ਸੇਵਕ ਨੂੰ ਜਿਹੜੀ ਹੈ ਸੇਵਾ ਬਣ ਕੇ ਆ ਜਾਂਦੀ। ਸੇਵਕ ਜਿਹੜਾ ਉਹ ਸੇਵਾ ਕਰੀ ਜਾਂਦਾ, ਉਸ ਨੂੰ ਚੇਤੇ ਕਰੀ ਜਾਂਦਾ। ਸੇਵਾ ਦਾ ਮਤਲਬ ਸੇਵਨਾ। ਸੇਵਨਾ ਮਤਲਬ ਯਾਦ ਕਰਨਾ। ਹੁਕਮ ਬੂਝ ਪਰਮ ਪਦ ਪਾਈ। ਹੁਕਮ ਨੂੰ ਸਮਝੋ ਤਾਂ ਪਰਮ ਪਦ ਪ੍ਰਾਪਤ ਹੋ ਜਾਏਗਾ। ਇਸ ਦੇ ਉੱਪਰ ਨਾ ਹੀ ਵਿਚਾਰ। ਇਹਦੇ ਉੱਤੇ ਕੋਈ ਵਿਚਾਰ ਨਹੀਂ ਹੈਗਾ। ਇਸ ਦੇ ਸਭ ਤੋਂ ਉੱਚਾ ਵਿਚਾਰ ਕੀ ਹੈ? ਹੁਕਮ ਨੂੰ ਸਮਝੋ। ਹੁਕਮ ਬੂਝ, ਹੁਕਮ ਨੂੰ ਸਮਝੋ, ਪਰਮ ਪਦ ਪਾਈ। ਜਦ ਹੁਕਮ ਨੂੰ ਆਪਾਂ ਸਮਝ ਜਾਵਾਂਗੇ ਪਰਮ ਪਦ ਦੀ ਪ੍ਰਾਪਤੀ ਹੋ ਜਾਏਗੀ। ਮਹਾਰਾਜ ਲਿਖ ਰਹੇ ਇਸ ਦੇ ਉੱਤੇ ਨਾ ਹੀ ਵਿਚਾਰ, ਇਸ ਤੋਂ ਉੱਤੇ ਕੋਈ ਵਿਚਾਰ ਨਹੀਂ ਹੈ। ਜਾ ਕੇ ਮਨ ਬਸਿਆ ਨਿਰੰਕਾਰ। ਜਿਹਦੇ ਮਨ ਵਿੱਚ ਉਹ ਨਿਰੰਕਾਰ ਵਸ ਗਿਆ, ਬੰਧਨ ਤੋੜ ਭਏ ਨਿਰਵੈਰ। ਉਹ ਬੰਧਨਾਂ ਨੂੰ ਤੋੜ ਕੇ ਨਿਰਵੈਰ ਹੋ ਜਾਂਦਾ। ਉਸ ਨੂੰ ਫਿਰ ਕਿਸੇ ਨਾਲ ਵੈਰ ਨਹੀਂ ਰਹਿੰਦਾ, ਅਰਥਾਤ ਉਹਦਾ ਹਾਰਟ ਚੱਕਰਾ ਖੁੱਲ੍ਹ ਜਾਂਦਾ। ਅਨ ਦਿਨ ਪੂਜੇ ਗੁਰ ਕੇ ਪੈਰ। ਫਿਰ ਉਹ ਜਿਹੜਾ ਗੁਰੂ ਦੇ ਜਿਹੜੀ ਟੈਕਨੀਕ ਹੈ, ਜਿਸ ਟੈਕਨੀਕ ਨਾਲ ਉਹ ਚੱਲ ਰਿਹਾ ਸੀ, ਅਨ ਦਿਨ ਔਰ ਰਾਤ ਉਹਦੇ ਪੈਰੀ ਪੈਂਦਾ। ਅਰਥਾਤ ਉਸ ਟੈਕਨੀਕ ਨੂੰ ਅਡਾਪਟ ਕਰਕੇ, ਟੈਕਨੀਕ ਨੂੰ ਰੋਜ਼ ਕਰਕੇ ਨਾਮ ਜਪਦਾ ਰਹਿੰਦਾ ਹੈ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਇਹ ਲੋਕ ਵੀ ਸੁਖੀ ਹੋ ਜਾਂਦਾ ਹੈ, ਪਰ ਲੋਕ ਜਿਹੜਾ ਦੂਜਾ ਲੋਕ ਆਉਣ ਵਾਲਾ ਹੈ ਉਹਦੇ ਵਿੱਚ ਵੀ ਸੁਹੇਲਾ ਬਣ ਜਾਂਦਾ। ਉਹਦੇ ਵਾਸਤੇ ਚੰਗਾ ਵੇਲਾ। ਸੁਹੇਲਾ ਮਤਲਬ ਚੰਗਾ ਵੇਲਾ। ਨਾਨਕ ਹਰ ਪ੍ਰਭ ਆਪੇ ਮੇਲੇ। ਨਾਨਕ ਕਹਿੰਦੇ ਨੇ ਹਰੀ ਜਿਹੜਾ ਹੈ, ਹਰੀ ਪ੍ਰਭੂ ਉਹ ਆਪ ਹੀ ਮੇਲ ਲੈਂਦਾ ਉਸ ਕਿਸਮ ਦੇ ਸੇਵਕ ਨੂੰ।
ਸਾਧ ਸੰਗ ਮਿਲ ਕਰੋ ਆਨੰਦ, ਸਾਧ ਦੇ ਸੰਗ ਮਿਲ ਕੇ ਆਨੰਦ ਕਰ ਲਓ। ਰਾਮ ਨਾਮ ਗੁਣ ਗਾਵੋ ਪ੍ਰਭ ਪਰਮਾਨੰਦ, ਉਸ ਪਰਮਾਨੰਦ ਦੇ ਗੁਣਾਂ ਦਾ ਗਾਇਨ ਕਰ ਲਓ। ਰਾਮ ਨਾਮ ਤਤ ਕਰੋ ਵਿਚਾਰ, ਰਾਮ ਨਾਮ ਰੂਪੀ ਤਤ ਦਾ ਵਿਚਾਰ ਕਰੋ। ਦੁਰਲਭ ਦੇਹ ਕਾ ਕਰੋ ਉद्धार, ਜਿਹੜੀ ਇਹ ਸਾਡੀ ਦੁਰਲਭ ਮਤਲਬ ਬਹੁਤ ਮੁਸ਼ਕਿਲਾਂ ਤੋਂ ਜਿਹੜੀ ਦੇਹ ਮਿਲੀ ਹੈ, ਦੁਰਲਭ ਬੜੇ ਮੁਸ਼ਕਿਲਾਂ ਤੋਂ ਇਹ ਦੇਹ ਮਿਲੀ ਹੈ, ਉਹਦਾ ਜਿਹੜਾ ਉद्धार ਕਰ ਲਓ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਅੰਮ੍ਰਿਤ ਰੂਪੀ ਜਿਹੜੇ ਬਚਨ ਹੈ ਹਰੀ ਦੇ ਜਾਂ ਗੁਰੂ ਦੇ, ਉਹਨਾਂ ਦਾ ਗਾਇਨ ਕਰੋ। ਪ੍ਰਾਨ ਤਰਨ ਕਾ ਇਹ ਸੁਆਓ, ਜੇ ਤੁਸੀਂ ਤਰਨਾ ਹੈ, ਪ੍ਰਾਣਾਂ ਨੂੰ ਤਰਾਣਾ ਹੈ, ਇਹ ਜਿਹੜਾ ਹੈ ਤਰੀਕੇ ਨੂੰ ਅਪਣਾਓ। ਆਠ ਪਹਿਰ ਪ੍ਰਭ ਵੇਖੋ ਨੇਰਾ, ਅੱਠੇ ਪਹਿਰ ਪ੍ਰਭੂ ਨੂੰ ਨੇੜੇ ਵੇਖੋ ਵੀ ਉਹ ਨੇੜੇ ਹੀ ਹੈਗਾ, ਜ਼ਿਆਦਾ ਦੂਰ ਨਹੀਂ ਹੈ। ਮਿਟੇ ਅਗਿਆਨ ਬਿਨਸੇ ਅੰਧੇਰਾ, ਅਗਿਆਨ ਜਿਹੜਾ ਮਿਟ ਜਾਏਗਾ, ਅਗਿਆਨ ਔਰ ਅੰਧੇਰਾ ਜਿਹੜਾ ਦੋਵੇਂ ਚੀਜ਼ਾਂ ਮਿਟ ਜਾਣਗੀ। ਸੁਨ ਉਪਦੇਸ਼ ਹਿਰਦੇ ਬਸਾਓ, ਉਹ ਪਰਮਾਤਮਾ ਦੇ ਜਾਂ ਗੁਰੂ ਸਾਹਿਬ ਦੇ ਉਪਦੇਸ਼ ਸੁਣੋ ਔਰ ਹਿਰਦੇ ਵਿੱਚ ਉਹਨਾਂ ਨੂੰ ਵਸਾਓ। ਮਨ ਇੱਛੇ ਨਾਨਕ ਫਲ ਪਾਓ, ਫਿਰ ਜਿਹੜੀ ਵੀ ਇੱਛਾ ਤੁਹਾਡੀ ਹੋਏਗੀ, ਮਨ ਇੱਛੇ, ਜੋ ਮਨ ਵਿੱਚ ਇੱਛਾਵਾਂ ਹਨ ਉਹ ਤਰੀਕੇ ਦੇ ਫਲ ਪ੍ਰਾਪਤ ਹੋਣਗੇ। ਗੁਰੂ ਜੀ ਕਹਿ ਰਹੇ ਨੇ ਹਾਲਤ ਪਲਤ ਦੋ ਲੈ ਸਵਾਰ, ਕੀ ਹਾਲਤ ਹੈ, ਕੀ ਪਤਲੀ ਹਾਲਤ ਹੈ, ਉਹ ਜਿਹੜੇ ਸਵਾਰ ਲੈਂਦੇ ਨੇ, ਦੂਹਾਂ ਕਿਸਮ ਦੀ ਹਾਲਤਾਂ ਨੂੰ ਸਵਾਰ ਲੈਂਦੇ ਨੇ। ਰਾਮ ਨਾਮ ਅੰਤਰ ਉਰਧਾਰ, ਲੇਕਿਨ ਅੰਦਰ ਜਿਹੜਾ ਆਪਾਂ ਨੂੰ ਉਹਦੇ ਨਾਮ ਦਾ ਸਹਾਰਾ ਲੈ ਕੇ ਚੱਲਣਾ ਚਾਹੀਦਾ ਹੈ। ਪੂਰੇ ਗੁਰ ਕੀ ਪੂਰੀ ਦੀਖਿਆ, ਜਿਹੜਾ ਪੂਰਾ ਗੁਰ ਰਹਿੰਦਾ ਹੈਗਾ ਉਹਦੀ ਦੀਕਸ਼ਾ ਵੀ ਜਿਹੜੀ ਹੈ ਪੂਰੀ ਰਹਿੰਦੀ ਹੈ, ਅਰਥਾਤ ਉਹ ਪੂਰਨ ਤਰੀਕੇ ਨਾਲ ਤੁਹਾਨੂੰ ਪਰਮਾਤਮਾ ਨੂੰ ਮਿਲਾਉਣ ਵਿੱਚ ਉਹ ਟੈਕਨੀਕ ਜਿਹੜੀ ਹੈ ਪਰਿਪੂਰਨ ਰਹਿੰਦੀ ਹੈ। ਜਿਸ ਮਨ ਬਸੇ ਤੇ ਸਾਚ ਪਰੀਖਿਆ, ਜਿਸ ਦੇ ਮਨ ਵਿੱਚ ਵਸ ਜਾਂਦਾ ਹੈ ਉਹ ਸੱਚੀ ਵਾਲੇ ਨੂੰ ਪਿਆਰ ਕਰਕੇ ਪਰੀਖਿਆ ਵਿੱਚ ਪਾਸ ਹੋ ਜਾਂਦਾ ਹੈ। ਸੱਚੀ ਪਰੀਖਿਆ ਹੁੰਦੀ ਹੈ, ਸੱਚੇ ਤਰੀਕੇ ਨਾਲ ਪਰਖਿਆ ਜਾਂਦਾ ਹੈ ਔਰ ਫਿਰ ਜਿਹੜੀ ਹੈ ਉਹ ਪਰਖ ਕੇ ਆਪਣਾ ਜਿਹੜਾ ਹੈ ਰਿਜ਼ਲਟ ਚੰਗੇ ਪਾਸੇ ਲੈ ਆਉਂਦਾ। ਮਨ ਤਨ ਨਾਮ ਜਪੋ ਲਿਵ ਲਾਏ, ਮਨ ਔਰ ਤਨ ਵਿੱਚ ਨਾਮ ਨੂੰ ਜਪੋ। ਮਨ ਅੰਦਰਲੇ ਪਾਸੇ, ਤਨ ਦੇ ਨਾਲ ਜੇਬਾ ਲਟਕੀ ਹੋਈ ਹੈ, ਉਹ ਜੇਬਾ ਨੂੰ ਫੇਰ ਫੇਰ ਕੇ ਜਿਹੜਾ ਹੈ ਜਪੋ। ਮਨ ਦੇ ਫਿਰ ਅੰਦਰ ਜਿਹੜਾ ਹੈ ਮਨ ਵਾਲੇ ਪਾਸੇ ਸਿਮਰਨ ਚਲਾ ਜਾਏਗਾ, ਲਿਵ ਲੱਗ ਜਾਏਗੀ। ਮਨ ਤਨ ਨਾਮ ਜਪੋ ਲਿਵ ਲਾਏ, ਲਿਵ ਲੱਗ ਜਾਏਗੀ। ਦੁੱਖ ਦਰਦ ਮਨ ਤੇ ਭੋ ਜਾਏ, ਦੁੱਖ ਵੀ ਚਲਾ ਜਾਏਗਾ, ਦਰਦ ਵੀ ਚਲਾ ਜਾਏ, ਮਨ ਵਿੱਚ ਜਿਹੜਾ ਭਵ ਹੈ, ਡਰ ਹੈ, ਉਹ ਵੀ ਚਲਾ ਜਾਏਗਾ। ਸੱਚ ਵਪਾਰ ਕਰੋ ਵਪਾਰੀ, ਹੇ ਭਾਈ ਵਪਾਰੀ ਬਿਜ਼ਨਸਮੈਨ ਤੂੰ ਸੱਚਾ ਵਪਾਰ ਕਰ। ਹੁਣ ਉਹ ਬਿਜ਼ਨਸਮੈਨ ਜਿਹੜਾ ਹੈ ਇਸ ਚੀਜ਼ਾਂ ਵਿੱਚ ਜਿਹੜਾ ਬਿਜ਼ੀ ਰਹਿੰਦਾ ਹੈ, ਉਸ ਨੂੰ ਕਹਿ ਰਹੇ ਨੇ ਕਿ ਭਾਈ ਸੱਚ ਦਾ ਵਪਾਰ ਕਰ, ਸੱਚ ਦੇ ਜਿਹੜਾ ਹੈ ਉਹਦੇ ਸੱਚੇ ਕੰਮਾਂ ਵਿੱਚ ਬਿਜ਼ੀ ਰਹਿ। ਦਰਗਾਹ ਨਿਭੇ ਖੇਪ ਤੁਮਾਰੀ, ਫਿਰ ਦਰਗਾਹ ਵਿੱਚ ਜਿਹੜੀ ਤੁਹਾਡੀ ਖੇਪ ਹੈ ਉਹ ਨਿਭ ਜਾਏਗੀ। ਏਕਾ ਏਕ ਰੱਖੋ ਮਨ ਮਾਹੇ, ਉਸ ਇੱਕ ਪਰਮਾਤਮਾ ਨੂੰ ਮਨ ਵਿੱਚ ਅੰਦਰ ਰੱਖੋ, ਇੱਕ ਪਰਮਾਤਮਾ ਨੂੰ ਮਨ ਵਿੱਚ ਰੱਖੋ। ਨਾਨਕ ਬਹੁਰ ਨ ਆਵੇ ਜਾਏ, ਫਿਰ ਬਾਰ-ਬਾਰ ਆਉਣ ਜਾਣ ਦਾ ਜਿਹੜਾ ਗੇੜਾ ਹੈ ਉਹ ਖਤਮ ਹੋ ਜਾਏਗਾ, ਬਾਰ-ਬਾਰ ਨਹੀਂ ਆਏਗਾ। ਬਹੁਰ ਨਾ ਆਵੇ ਜਾਏ, ਫਿਰ ਜਾਣ ਆਉਣ ਦਾ ਗੇੜਾ ਖਤਮ। ਤਿਸਤੇ ਦੂਰ ਕਹਾਂ ਕੋ ਜਾਏ, ਉਸ ਤੋਂ ਦੂਰ ਕਿੱਥੇ ਜਾ ਸਕਦੇ ਹਾਂ, ਉਸ ਤੋਂ ਦੂਰ ਕਿਧਰੇ ਵੀ ਨਹੀਂ ਜਾ ਸਕਦੇ। ਉਬਰੇ ਰਾਖਣ ਹਾਰ ਧਿਆਏ, ਉਹ ਵਿਅਕਤੀ ਉਭਰ ਗਏ ਨੇ, ਰਾਖਣ ਹਾਰ ਨੇ ਰੱਖ ਲਿਆ ਹੈ, ਜਿਸਨੂੰ ਉਸਨੇ ਧਿਆਇਆ ਹੈ, ਰਾਖਣ ਹਾਰ ਨੂੰ ਜਿਸਨੇ ਧਿਆਇਆ ਹੈ ਉਹ ਮਨੁੱਖ ਉਭਰ ਗਏ ਨੇ। ਨਿਰਭਉ ਜਪੇ ਸਗਲ ਭਉ ਮਿਟੇ, ਉਸ ਨਿਰਭਉ ਨੂੰ ਜਪਾਂਗੇ ਤੇ ਅੰਦਰ ਜਿਤਨੇ ਭੈ ਹਨ ਉਹ ਦੂਰ ਹੋ ਜਾਣਗੇ। ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ, ਪ੍ਰਭੂ ਦੀ ਕਿਰਪਾ ਨਾਲ ਪ੍ਰਾਣੀ ਜਿਹੜਾ ਹੈ, ਆਉਣ ਜਾਣ ਦਾ ਜਿਹੜਾ ਗੇੜਾ ਪ੍ਰਾਣੀਆਂ ਦਾ ਹੈ ਉਹ ਛੁੱਟ ਜਾਏਗਾ। ਜਿਸ ਪ੍ਰਭ ਰਾਖੇ ਤਿਸ ਨਾਹੀ ਦੂਖ, ਜਿਸਨੂੰ ਪ੍ਰਭੂ ਭਾ ਲੈਂਦਾ ਹੈ, ਜਿਸਨੂੰ ਪ੍ਰਭੂ ਅੱਛਾ ਸਮਝਦਾ ਹੈ, ਉਸ ਨੂੰ ਕੋਈ ਦੁੱਖ ਨਹੀਂ ਲੱਗਦਾ। ਨਾਮ ਜਪਤ ਮਨ ਹੋਵਤ ਸੁਖ, ਨਾਮ ਨੂੰ ਜਪਣ ਨਾਲ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਚਿੰਤਾ ਜਾਏ ਮਿਟੇ ਅਹੰਕਾਰ, ਚਿੰਤਾ ਵੀ ਚਲੀ ਜਾਂਦੀ ਔਰ ਅਹੰਕਾਰ ਵੀ ਮਿਟ ਜਾਂਦਾ ਹੈ ਨਾਮ ਨੂੰ ਜਪਣ ਨਾਲ। ਤਿਸ ਜਨ ਕੋ ਨਾ ਪਹੁੰਚਨ ਹਾਰ, ਉਸ ਜਨ ਦੇ ਫਿਰ ਕੋਲ ਕੋਈ ਨਹੀਂ ਪਹੁੰਚ ਸਕਦਾ। ਸਿਰ ਉੱਪਰ ਠਾਡਾ ਗੁਰ ਸੂਰਾ, ਫਿਰ ਸੂਰਾ ਜਿਹੜਾ ਹੈ ਤਾਕਤਵਰ ਗੁਰੂ ਜਿਹੜਾ ਹੈ ਉਹ ਉਹਦੇ ਸਿਰ ਦੇ ਉੱਤੇ ਡੰਡਾ ਲੈ ਕੇ ਬੈਠਾ, ਬਈ ਇਹ ਮੇਰਾ ਬੰਦਾ, ਇਸ ਨੂੰ ਕੁਝ ਨਹੀਂ ਹੋਣਾ ਚਾਹੀਦਾ। ਨਾਨਕ ਤਾਕੇ ਕਾਰਜ ਪੂਰਾ, ਉਹਦੇ ਕਾਰਜ ਵੀ ਜਿਹੜੇ ਹਨ ਪੂਰੇ ਹੋ ਜਾਂਦੇ ਨੇ। ਸਤ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਮਤ ਵੀ ਪੂਰੀ ਹੋ ਜਾਂਦੀ ਹੈ ਔਰ ਦ੍ਰਿਸ਼ਟੀ ਵੀ ਜਿਹੜੀ ਹੈ ਅੰਮ੍ਰਿਤਮਈ ਹੋ ਜਾਂਦੀ ਹੈ। ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਦਰਸ਼ਨ ਦੇਖ ਕੇ ਪੇਖ ਕੇ ਸ੍ਰਿਸ਼ਟੀ ਦਾ ਜਿਹੜਾ ਹੈ ਉਹ ਸ੍ਰਿਸ਼ਟੀ ਦਾ ਉद्धार ਵੀ ਕਰ ਸਕਦਾ ਹੈ ਜਿਸ ਨੇ ਦਰਸ਼ਨ ਪਰਮਾਤਮਾ ਦੇ ਕਰ ਲਏ। ਚਰਨ ਕਮਲ ਜਾ ਕੇ ਅਨੂਪ, ਚਰਨ ਕਮਲ ਜਿਹੜੇ ਹੈਗੇ ਨੇ ਉਹ ਵੀ ਅਨੂਪ ਹੋ ਜਾਂਦੇ ਨੇ, ਸੋਹਣੇ ਹੋ ਜਾਂਦੇ ਨੇ। ਸਫਲ ਦਰਸ਼ਨ ਸੁੰਦਰ ਹਰ ਰੂਪ, ਹਰੀ ਦੇ ਰੂਪ ਵਾਂਗਰ ਸੁੰਦਰ ਹੋ ਜਾਂਦਾ ਹੈ। ਧਨ ਸੇਵਾ ਸੇਵਕ ਪਰਵਾਨ, ਉਹ ਸੇਵਕ ਜਿਹੜਾ ਹੈ ਉਹਦੀ ਸੇਵਾ ਵੀ ਧਨ ਹੈ ਔਰ ਉਹ ਸੇਵਕ ਜਿਹੜਾ ਹੈ ਉਹ ਪ੍ਰਵਾਨਗੀ ਉਸਨੂੰ ਪ੍ਰਾਪਤ ਹੋ ਜਾਂਦੀ ਹੈ। ਅੰਤਰਜਾਮੀ ਪੁਰਖ ਪ੍ਰਧਾਨ, ਅੰਤਰਯਾਮੀ ਜਿਹੜਾ ਹੈ ਪੁਰਖ ਉਹ ਮੇਨ ਹੈ, ਪ੍ਰਧਾਨ ਹੈਗਾ ਉਹੀ। ਜਿਸ ਮਨ ਬਸੇ ਸੋ ਹੋਤ ਨਿਹਾਲ, ਜਿਹਦੇ ਮਨ ਵਿੱਚ ਬਸ ਜਾਂਦਾ ਹੈ ਉਹ ਨਿਹਾਲ ਹੋ ਜਾਂਦਾ ਹੈ। ਤਾਂ ਕਿ ਨਿਕਟ ਨਾ ਆਵਤ ਕਾਲ, ਉਹਦੇ ਨਿਕਟ ਕਾਲ ਵਗੈਰਾ ਨਹੀਂ ਆਉਂਦਾ। ਅਮਰ ਭਏ ਅਮਰਾਪਦ ਪਾਇਆ, ਅਮਰ ਹੋ ਜਾਂਦਾ ਹੈ ਔਰ ਅਮਰਾਪਦ ਉਸਨੂੰ ਪ੍ਰਾਪਤ ਹੋ ਜਾਂਦਾ ਹੈ। ਮਤਲਬ ਫਿਰ ਉਸਦਾ ਆਉਣ ਜਾਣ ਦਾ ਗੇੜਾ ਖਤਮ ਹੋ ਜਾਂਦਾ ਹੈ। ਨਾਨਕ ਹਰ ਸਾਧ ਸੰਗ, ਨਾਨਕ ਹਰ ਧਿਆਏ, ਨਾਨਕ ਕਹਿੰਦੇ ਨੇ ਬਈ ਕਿ ਸਾਧ ਦਾ ਸੰਗ ਕਰ ਔਰ ਹਰੀ ਨੂੰ ਧਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।